ਮੁਲਾਕਾਤ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡਾ। ਅੱਜ ਮੈਂ ਜਿਹੜੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ ਉਹਨਾਂ ਬਾਰੇ ਮੈਂ ਇਹ ਕਹੂੰਗੀ ਕਿ ਜਿਵੇਂ ਚਮਕਦੀ ਧੁੱਪ, ਜਿਵੇਂ ਚੜ੍ਹਦਾ ਸੂਰਜ, ਇਹੋ ਜਿਹੀ ਉਹਨਾਂ ਦੀ ਰੋਸ਼ਨੀ ਹੈ। ਇਹਦੇ ਨਾਲ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਸ ਇਨਸਾਨ ਦੀ ਉਡਾਰੀ ਅੰਬਰਾਂ ਤੱਕ ਉੱਚੀ ਹੁੰਦੀ ਆ ਪਰ ਫਿਰ ਵੀ ਉਹ ਧਰਤੀ ਤੇ ਵਗਦੇ ਦਰਿਆਵਾਂ ਵਰਗੀ ਆਪਣੀ ਰਵਾਨਗੀ ਨਹੀਂ ਛੱਡਦੇ ਤੇ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਦੇ। ਇਹ ਸ਼ਖਸੀਅਤ ਬਹੁਤ ਜਾਣਿਆ ਪਛਾਣਿਆ ਨਾਂ ਨੇ, ਆਪਣੀ ਕਮਿਊਨਿਟੀ 'ਚ ਉਹਨਾਂ ਦੀ ਬੜੀ ਇਨਵੋਲਵਮੈਂਟ ਆ ਅਤੇ ਬੜੇ ਜਾਣੇ ਪਹਿਚਾਣੇ ਹੋਸਟ ਵੀ ਨੇ। ਆਓ ਫਿਰ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ, ਮੈਨੂੰ ਲੱਗਦਾ ਤੁਸੀਂ ਪਛਾਣ ਵੀ ਗਏ ਹੋਵੋਗੇ ਅਤੇ ਆਪਾਂ ਰੂਬਰੂ ਕਰਾਉਂਦੇ ਹਾਂ ਅੱਜ ਸਰਦਾਰ ਚਰਨਜੀਤ ਸਿੰਘ ਸਿੱਧੂ, ਜਿਨ੍ਹਾਂ ਨੂੰ ਆਪਾਂ CJ ਸਿੱਧੂ ਦੇ ਨਾਂ ਨਾਲ ਵੀ ਜਾਣਦੇ ਹਾਂ। ਮਿਸਟਰ ਸਿੱਧੂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਥੈਂਕ ਯੂ ਲਵੀ, ਥੈਂਕ ਯੂ ਫॉर ਕਾਈਂਡ ਇੰਟਰੋਡਕਸ਼ਨ। ਜੀ, ਅੱਜ ਆਪਾਂ ਜਿਹੜੇ ਮੌਕੇ 'ਤੇ ਇਕੱਠੇ ਹੋਏ ਹਾਂ, ਸੋ ਜੇ ਮੈਂ ਟੈਗਲਾਈਨ ਆਖਾਂ ਕਿ ਯੂ ਆਰ ਸੈਲੀਬ੍ਰੇਟਿੰਗ 30 years ਵਿਦ ਸਨ ਲਾਈਫ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ, ਸਾਡੇ ਸਾਰਿਆਂ ਲਈ ਬੜੇ ਮਾਣ ਦੀ ਗੱਲ ਹੈ ਕਿ ਮੈਨੂੰ ਇਹ ਲੱਗਦਾ ਕਿ 30 ਸਾਲ ਦਾ ਵਕਫਾ ਕੋਈ ਛੋਟਾ ਨਹੀਂ ਹੁੰਦਾ। ਸਾਡੇ ਬਹੁਤੇ ਦਰਸ਼ਕ, ਉਹਨਾਂ ਦੀ ਤਾਂ ਉਮਰ ਵੀ ਇੰਨੀ ਨਹੀਂ ਹੋਣੀ ਜਿੰਨਾ ਤੁਹਾਡਾ ਫਾਈਨੈਂਸ਼ੀਅਲ ਇੰਡਸਟਰੀ ਵਿੱਚ ਤਜਰਬਾ ਆ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। 30 ਸਾਲ ਦਾ ਇਹ ਜਿਹੜਾ ਸਫ਼ਰਨਾਮਾ ਹੈ ਜੀ, ਐਂ ਲੱਗਦਾ ਹੈ ਕਿ ਬਹੁਤ ਜਲਦੀ ਇਹ ਪੂਰਾ ਹੋ ਗਿਆ ਜੀ, ਕਿਉਂਕਿ ਜਿਵੇਂ ਕਹਿੰਦੇ ਆ ਕਿ ਇਫ ਯੂ ਆਰ ਹੈਵਿੰਗ ਅ ਫਨ ਵਟ ਯੂ ਡੂ, ਟਾਈਮ ਗੋਜ਼ ਵੈਰੀ ਫਾਸਟ। ਸੋ ਇਸ 30 ਸਾਲਾਂ ਦੇ ਵਿੱਚ ਕੁਆਇਟ ਅ ਬਿਟ ਅਕੰਪਲਿਸ਼ਮੈਂਟ ਆਪਣੇ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ, providing my clients peace of mind and financial security and ਕਈ ਮਾਮਲਿਆਂ ਦੇ ਵਿੱਚ ਇਹ ਬੜਾ ਸੀਰੀਅਸ ਬਿਜ਼ਨਸ ਹੈਗਾ, because you deal with death, you deal with disability, you deal with critical illness। ਜਿਹੜੇ ਇਹ ਪੜਾਵ ਲੋਕਾਂ ਦੀ ਜ਼ਿੰਦਗੀ 'ਚ ਆਉਂਦੇ ਆ ਉਹ ਆਮ ਨਹੀਂ ਹੁੰਦੇ। ਸੋ ਮੌਤ ਤੋਂ ਬਾਅਦ ਉਹਨਾਂ ਨੂੰ ਲਾਈਫ ਇੰਸ਼ੋਰੈਂਸ ਦਾ ਚੈੱਕ ਡਿਲੀਵਰ ਕਰਨਾ ਵੈਰੀ ਇਮੋਸ਼ਨਲ, ਕਿਉਂਕਿ ਤੁਸੀਂ ਲੋਕਾਂ ਨੂੰ ਜਾਣਨ ਲੱਗ ਪੈਂਦੇ ਆ, ਤੁਹਾਡੀ ਉਹਨਾਂ ਨਾਲ ਦੋਸਤੀ ਪੈ ਜਾਂਦੀ ਹੈ ਅਤੇ ਜਦੋਂ ਕੋਈ ਉਹਨਾਂ ਦਾ ਮੈਂਬਰ ਦੁਨੀਆ ਨੂੰ ਛੱਡ ਕੇ ਜਾਂਦਾ ਆ, ਹਾਲਾਂਕਿ ਤੁਹਾਨੂੰ ਇਹ ਜ਼ਰੂਰ ਮਾਣ ਹੁੰਦਾ ਹੈ ਕਿ ਉਹਦੀ ਫੈਮਿਲੀ ਨੂੰ ਤੁਸੀਂ ਪ੍ਰੋਟੈਕਟ ਕਰਨਾ ਆ, ਉਹਨਾਂ ਦੀ ਸੇਫਟੀ ਬਰਕਰਾਰ ਹੋਣੀ ਹੈ। ਦੇ ਕੈਨ ਕੀਪ ਦੇਅਰ ਕਾਰ, ਦੇ ਕੈਨ ਕੀਪ ਦੇਅਰ ਹੋਮ, ਦੇਅਰ ਆਰ ਸੇਫ। ਜੇ ਕੋਈ ਯੰਗ ਫੈਮਿਲੀ ਹੈਗੀ ਹੈ, ਦ ਸਪਾਊਸ ਕੈਨ ਰੇਜ਼ ਦੇਅਰ ਚਿਲਡਰਨ। ਸੋ ਇਸ 'ਚ ਤੁਹਾਨੂੰ ਮਾਣ ਵੀ ਮਹਿਸੂਸ ਹੁੰਦਾ। ਪਰ ਇਹ ਜਿਹੜੇ ਪੜਾਵ ਹੁੰਦੇ ਆਮ ਬੰਦਾ ਨਹੀਂ ਸਮਝਦਾ ਕਿ ਉਹ ਬੜੇ ਇਮੋਸ਼ਨਲ ਵੀ ਹੁੰਦੇ ਆ, ਬਿਕਾਜ਼ ਦ ਪਰਸਨ ਇਜ਼ ਗੋਨ। ਸੇਮ ਥਿੰਗ ਵਿਦ ਡਿਸੇਬਿਲਿਟੀ ਔਰ ਕ੍ਰਿਟੀਕਲ ਇਲਨੈਸ, ਹਾਰਟ ਅਟੈਕ, ਸਟ੍ਰੋਕ, ਕੈਂਸਰ। ਸੋ ਇਹ ਸਾਡੇ ਜੇ ਪ੍ਰੋਡਕਟ ਜਿਹੜੇ ਸਰਵਿਸਿਜ਼ ਹੈ, ਇਹ ਇਸ ਤਰ੍ਹਾਂ ਦੀ ਉਹਨਾਂ ਨੂੰ ਫਾਈਨੈਂਸ਼ੀਅਲ ਜਿਹੜੀ ਹੈ ਇਨਕਮ ਰਿਪਲੇਸਮੈਂਟ ਪ੍ਰੋਵਾਈਡ ਕਰਦੇ ਆ, ਤਾਂ ਕਿ ਜਿਹੜਾ ਇਮੋਸ਼ਨਲ ਟਰਾਮਾ ਆ ਉਹਦੇ ਨਾਲ ਡੀਲ ਕਰਨਾ ਤਾਂ ਬਹੁਤ ਮੁਸ਼ਕਿਲ ਹੁੰਦਾ, ਪਰ ਜਿਹੜਾ ਫਾਈਨੈਂਸ਼ੀਅਲ ਟਰਾਮਾ ਨਾ ਉਹ ਇਕੁਅਲੀ ਡਿਫੀਕਲਟ ਹੁੰਦਾ ਜੀ। ਸੋ ਬੜੀ ਇਹ ਤੁਸੀਂ ਦਿਲ ਨੂੰ ਛੂਹਣ ਵਾਲੀ ਗੱਲ ਆਖੀ ਹੈ ਕਿ ਤੁਸੀਂ ਪ੍ਰੋਫੈਸ਼ਨਲ ਤਾਂ ਆਪਣੇ ਸਰਵਿਸਿਜ਼ ਨੂੰ ਕਲਾਇੰਟ ਸਰਵਿਸਿਜ਼ ਦਿੰਦੇ ਹੀ ਦਿੰਦੇ ਆ, ਇਹਦੇ ਨਾਲ ਨਾਲ ਜਿਹੜੀਆਂ ਇਮੋਸ਼ਨਲ ਸਰਵਿਸਿਜ਼ ਆ, ਹੁਣ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਖੁਦਾ ਦਾ ਖਾਸਤਾ ਜੇ ਆਪਣਾ ਜਾਨ ਤੋਂ ਪਿਆਰਾ ਕੋਈ ਚਲਿਆ ਜਾਂਦਾ ਇਸ ਦੁਨੀਆ ਤੋਂ, ਅਤੇ ਉਹਨੂੰ ਕਿਸ ਤਰ੍ਹਾਂ ਪ੍ਰੋਫੈਸ਼ਨਲ ਹੋਣ ਦੇ ਨਾਤੇ ਤੁਸੀਂ ਇਮੋਸ਼ਨਲੀ ਜਾਂ ਉਹਨਾਂ ਦੀ ਫਾਈਨੈਂਸ਼ਲੀ ਤੁਸੀਂ ਕਿੱਦਾਂ ਉਹਨਾਂ ਦੀ ਬੈਕਬੋਨ 'ਤੇ ਖੜ੍ਹੇ ਰਹਿੰਦੇ ਹੋ, ਉਹਨਾਂ ਦੀ ਬੈਕਬੋਨ ਬਣਦੇ ਹੋ, ਸਪੋਰਟ 'ਤੇ ਖੜ੍ਹੇ ਰਹਿੰਦੇ ਹੋ, ਹੈ ਨਾ। ਹਾਂਜੀ, ਇਹ ਬਹੁਤ ਬਹੁਤ ਵਧੀਆ ਕੁਐਸਚਨ ਹੈ ਲਵੀ ਤੁਹਾਡਾ। ਤੁਸੀਂ, ਮੈਂ ਤਾਂ ਕਈ ਵਾਰੀ ਇਹ ਫੀਲ ਕਰਦਾ ਤੁਸੀਂ ਆਲਮੋਸਟ ਕਾਉਂਸਲਰ ਬਣ ਜਾਂਦੇ ਉਹਨਾਂ ਲਈ। ਬਿਲਕੁਲ, ਕਿਉਂਕਿ ਤੁਸੀਂ ਜਦੋਂ ਪ੍ਰੋਡਕਟ ਐਂਡ ਸਰਵਿਸਿਜ਼ ਜਦੋਂ ਲੋਕੀ ਤੁਹਾਡੇ ਨਾਲ ਲੈਂਦੇ ਆ ਅਤੇ ਫਿਰ ਤੁਹਾਡਾ ਉਹਨਾਂ ਨਾਲ ਜਿਹੜਾ ਤਾਲਮੇਲ ਹੈਗਾ, ਐਂਡ ਯੂ ਨੋ ਆਈ ਹੈਵ ਅ ਲਾਈਫ ਟਾਈਮ ਕਲਾਇੰਟਸ, ਸੋ ਉਹਨਾਂ ਨਾਲ, ਐਂਡ ਆਈ ਐਮ ਡੀਲਿੰਗ ਵਿਦ 3rd generation ਨਾਓ ਇਨ ਆਵਰ ਕਮਿਊਨਿਟੀ। ਸੋ ਉਹਨਾਂ ਨਾਲ ਤੁਹਾਡਾ ਇਹੋ ਜਿਹਾ ਅਟੈਚਮੈਂਟ ਹੋ ਜਾਂਦਾ ਆ ਕਿ ਤੁਸੀਂ ਉਹ ਨਾ ਕੇਵਲ ਤੁਸੀਂ ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ ਆ, ਪਰ ਲੋਕੀ ਤੁਹਾਡੇ ਤੋਂ ਪਰਸਨਲ ਜਿਹੜੇ ਸੁਝਾਅ ਲੈਂਦੇ ਆ, ਹੁਣ ਜ਼ਿੰਦਗੀ ਦੇ ਅਗਲੇ ਪੜਾਵ ਨੂੰ ਅਸੀਂ ਕਿਵੇਂ ਪੂਰਾ ਕਰਨਾ ਆ, ਅਤੇ ਤੁਸੀਂ ਉਹਦੇ ਵਿੱਚ ਵੀ ਮਦਦ ਕਰਦੇ ਆ ਐਜ਼ ਏ ਹਿਊਮਨ ਬੀਇੰਗ ਯੂ ਹੈਵ ਟੂ, ਆਈ ਗੈਸ। ਬਿਲਕੁਲ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ, ਕਿਉਂਕਿ ਪ੍ਰੋਫੈਸ਼ਨਲਿਜ਼ਮ ਆਪਣੀ ਥਾਂ 'ਤੇ ਆ, ਪਰ ਜਿਹੜਾ ਹਿਊਮਨ ਟੱਚ ਆ ਨਾ, ਹਿਊਮਨ ਵੈਲਿਊ, ਨਾਟ ਮੈਨੀ ਪੀਪਲ ਅੰਡਰਸਟੈਂਡ ਦਿਸ ਇਜ਼ ਦ ਮੋਸਟ ਇੰਪੋਰਟੈਂਟ ਫੈਕਟਰ ਜਦੋਂ ਆਪਾਂ ਆਪਸ ਵਿੱਚ ਜਾਂ ਆਪਣੀ ਕਮਿਊਨਿਟੀ 'ਚ ਆਪਾਂ ਡੀਲ ਕਰਦੇ ਹਾਂ ਨਾ। ਸੋ ਇਹ ਤਾਂ ਤੁਹਾਡੀ ਸੀਗੀ ਪ੍ਰੋਫੈਸ਼ਨ ਦੀ ਗੱਲ। ਹੁਣ ਜੇ ਆਪਾਂ ਜੇ ਤਾਂ ਮਿਸਟਰ ਸਿੱਧੂ ਮੈਂ ਦੱਸਣ ਲੱਗ ਗਈ ਤਾਂ ਮੈਨੂੰ ਲੱਗਦਾ ਮੈਨੂੰ ਕਾਫੀ ਟਾਈਮ
ਟਾਈਮ ਲੱਗ ਜਾਣਾ ਕਿਉਂਕਿ ਤੁਹਾਡੀਆਂ ਐਕੈਡੈਮਿਕ ਅਚੀਵਮੈਂਟਸ ਇੰਨੀਆਂ ਕੁ ਜ਼ਿਆਦਾ ਆ। ਮੈਂ ਚਾਹੁੰਦੀ ਹਾਂ ਕਿ ਹੁਣ ਆਪਾਂ ਥੋੜ੍ਹਾ ਜਿਹਾ ਇੰਡੀਆ ਚੱਲੀਏ। ਤੁਸੀਂ ਇੰਡੀਆ ਤੋਂ ਆਪਾਂ ਸ਼ੁਰੂ ਕਰਕੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਉੱਥੇ ਕਿਹੜੀਆਂ ਅਚੀਵਮੈਂਟਸ ਕੀਤੀਆਂ, ਐਕੈਡੈਮਿਕਲੀ ਤੁਸੀਂ ਉੱਥੇ ਕੀ ਅਚੀਵਮੈਂਟਸ ਕੀਤੀਆਂ? ਸੋ ਮੈਂ ਆਪਣੇ ਇੱਕ ਛੋਟੇ ਜਿਹੇ ਰਾਜਸਥਾਨ ਦੇ ਸ਼ਹਿਰ ਸ਼੍ਰੀ ਕਰਨਪੁਰ ਤੋਂ ਬਿਲੋਂਗ ਕਰਦਾ ਹਾਂ ਜੀ, ਜਿਹੜਾ ਕਿ ਸ਼੍ਰੀ ਗੰਗਾਨਗਰ ਡਿਸਟ੍ਰਿਕਟ ਦੇ ਵਿੱਚ ਆਉਂਦਾ ਹੈ। ਉੱਥੇ ਮੇਰੀ ਅਪਬ੍ਰਿੰਗਿੰਗ ਹੋਈ, ਗਰੋ ਅਪ ਹੋਏ। ਉੱਥੋਂ ਮੈਂ ਆਪਦੇ ਹਾਈ ਸਕੂਲ ਤੇ ਅੰਡਰ ਗ੍ਰੈਜੂਏਟ ਡਿਗਰੀ ਬੀਕਾਮ ਫਿਨਿਸ਼ ਕਰਨ ਤੋਂ ਬਾਅਦ ਮੈਂ ਮਾਸਟਰਸ ਡਿਗਰੀ ਆਪਦੀ MD ਕਾਲਜ ਸ਼੍ਰੀ ਗੰਗਾਨਗਰ ਤੋਂ ਕੀਤੀ ਤੇ ਉਹ ਡਿਗਰੀ ਫਿਨਿਸ਼ ਕਰਦੇ ਔਨ ਮਾਈ ਕ੍ਰੈਡੈਂਸ਼ੀਅਲ ਬੇਸਿਸ ਐਂਡ ਮਾਈ ਮੈਰਿਟ ਬੇਸਿਸ ਮੇਰਾ ਸਿਲੈਕਸ਼ਨ ਹੋ ਗਿਆ ਸੀ ਐਜ਼ ਏ ਲੈਕਚਰਰ, ਜਿਹੜੇ ਕਿ ਇੱਥੇ ਆਪਾਂ ਪ੍ਰੋਫੈਸਰ ਕਹਿ ਦਈਦਾ। ਸੋ ਆਈ ਵਾਜ਼ ਸਿਲੈਕਟਡ ਇਨ ਦ ਕਾਲਜ, ਆਈ ਫਿਨਿਸ਼ਡ ਮਾਸਟਰਸ ਡਿਗਰੀ ਐਂਡ ਆਈ ਆਲਸੋ ਸਿਲੈਕਟਡ ਇਨ ਗਵਰਨਮੈਂਟ colleges of Rajasthan. So because ਮੇਰੇ ਉਦੋਂ ਦੋਸਤ ਬਹੁਤ ਜ਼ਿਆਦਾ ਸੀਗੇ ਗੰਗਾਨਗਰ, so I decided not to go to a private college, ended up going to government colleges. So ਉਹ ਮੇਰੀ ਜਿਹੜੀ ਜਰਨੀ ਹੈਗੀ ਹੈ ਉਥੋਂ 1977-78 ਚ ਹੋ ਗਈ ਸੀ। That was quite an accomplishment at the age of 22 ਤੁਸੀਂ ਪ੍ਰੋਫੈਸਰ ਬਣਨਾ, and it was quite achievement at that time as you can appreciate. ਜੀ, ਕਿਉਂਕਿ ਕਈ ਤਾਂ ਇਸ ਯੰਗ ਉਮਰ ਵਿੱਚ ਨਾ ਹਲੇ ਆਪਣੇ ਫਿਗਰ ਆਊਟ ਹੀ ਕਰ ਰਹੇ ਹੁੰਦੇ ਆ ਕਿ ਪ੍ਰੋਫੈਸ਼ਨ ਕਿਹੜਾ ਅਸੀਂ ਚੂਜ਼ ਕਰਨਾ, ਐਂਡ ਯੂ ਵਰ ਪ੍ਰੋਫੈਸਰ ਆਲਰੇਡੀ, ਹੈ ਨਾ? ਸੋ ਕਿਹੜੇ ਸਬਜੈਕਟ ਤੁਸੀਂ ਪੜ੍ਹਾਉਂਦੇ ਸੀਗੇ? ਸੋ ਮੇਰਾ ਜਿਹੜਾ ਸਬਜੈਕਟ ਸੀਗਾ ਜੀ, ਸਾਡੇ ਉੱਥੇ ਫੈਕਲਟੀ ਆਫ ਕਾਮਰਸ ਦੇ ਵਿੱਚ ਇਕਨੋਮਿਕ ਐਡਮਿਨਿਸਟ੍ਰੇਸ਼ਨ ਐਂਡ ਫਾਈਨੈਂਸ਼ੀਅਲ ਮੈਨੇਜਮੈਂਟ। ਸੋ ਉਸ ਦੇ ਵਿੱਚ ਇਕਨੋਮਿਕਸ ਤੇ ਜ਼ਿਆਦਾ ਫੋਕਸ ਸੀਗਾ ਤੇ ਫਾਈਨੈਂਸ਼ੀਅਲ ਮੈਨੇਜਮੈਂਟ ਤੇ। ਸੋ ਸਾਡੇ ਉੱਥੇ ਜਦੋਂ ਮੈਂ ਮਾਸਟਰਸ ਡਿਗਰੀ ਕਰਦਾ ਸੀ, ਸਾਡੇ ਇਕਨੋਮਿਕ ਐਡਮਿਨਿਸਟ੍ਰੇਸ਼ਨ ਫਾਈਨੈਂਸ਼ੀਅਲ ਮੈਨੇਜਮੈਂਟ ਇਹ ਗਰੁੱਪ ਦਾ ਇੱਕ ਕਲੱਬ ਵੀ ਸੀਗਾ, ਉਹਦਾ ਮੈਂ ਪ੍ਰੈਜ਼ੀਡੈਂਟ ਰਿਹਾ। ਜਿਵੇਂ ਤੁਹਾਨੂੰ ਦੱਸਿਆ ਕਿ ਕਮਿਊਨਿਟੀ ਇਨਵੋਲਵਮੈਂਟ ਵਾਜ਼ ਅ ਬਿਗ ਥਿੰਗ ਈਵਨ ਇਨ ਇੰਡੀਆ। ਈਵਨ ਆਈ ਬਿਕਮ ਅ ਲੈਕਚਰਰ। ਸਾਡੇ ਹੁੰਦੀ ਸੀ ਰਾਜਸਥਾਨ ਯੂਨੀਵਰਸਿਟੀ ਐਂਡ ਕਾਲਜ ਟੀਚਰਸ ਐਸੋਸੀਏਸ਼ਨ, ਉਹਦਾ ਮੈਂ ਜੁਆਇੰਟ ਸੈਕਟਰੀ ਰਿਹਾ। ਉਹਦੀ ਆਪਾਂ ਬਾਅਦ 'ਚ ਗੱਲ ਕਰਾਂਗੇ। ਉਹਦੇ ਸਦਕਾ ਹੀ ਮੈਂ ਸਾਡੀ ਆਲ ਇੰਡੀਆ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਸ ਨਾਲ ਮੇਰਾ ਇਨਵੋਲਵਮੈਂਟ ਸੀ ਤੇ ਉਹਦੇ ਕਰਕੇ ਹੀ ਮੈਂ 1984 ਸੋਵੀਅਤ ਯੂਨੀਅਨ ਐਂਡ GDR ਈਸਟ ਜਰਮਨ, ਜਿਹੜਾ ਕਿ ਹੁਣ ਇੱਕ ਬਣ ਗਿਆ, ਐਂਡ ਰਸ਼ੀਆ ਵੀ ਸਾਰਾ ਡਿਫਰੈਂਟ ਹੋ ਗਿਆ। ਸੋ ਦੈਟਸ ਹਾਊ ਆਈ ਵਾਜ਼ ਇਨਵੋਲਵ ਇਨ ਮਾਈ ਐਸੋਸੀਏਸ਼ਨ, ਇਨ ਮਾਈ ਕਾਲਜ ਐਕਟੀਵਿਟੀਜ਼, ਸੋ ਇਨ ਸਪੋਰਟਸ, ਸੋ ਆਲਵੇਜ਼ ਐਂਡ ਮੀਡੀਆ। I was involved in the media since high school. ਵੰਡਰਫੁਲ ਜੀ, ਐਕਸਲੈਂਟ। ਸੋ ਹੁਣ ਜੇ ਆਪਾਂ ਉੱਥੋਂ ਇੰਡੀਆ ਤੋਂ ਗੱਲ ਕਰੀਏ, ਇੱਥੇ ਆਉਣ ਦਾ ਸਬਬ ਕਿੱਦਾਂ ਬਣਿਆ? ਸੋ ਜਿਸ ਤਰ੍ਹਾਂ ਤੁਹਾਨੂੰ ਮੈਂਸ਼ਨ ਕਰਕੇ ਹਟਿਆ ਕਿ ਮੇਰਾ ਡੈਲੀਗੇਸ਼ਨ ਜਿਹੜਾ ਹੈਗਾ ਆ ਉਹ 1984 ਚ ਆਲ ਇੰਡੀਆ ਫੈਡਰੇਸ਼ਨ ਦਾ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਸ ਐਸੋਸੀਏਸ਼ਨ, ਜਿਹਨੂੰ AI ਫੈਕਟੋ ਅਸੀਂ ਸਮਾਲ 'ਚ ਕਹਿੰਦੇ ਸੀ, ਉਸ 'ਚ ਮੇਰਾ ਸਿਲੈਕਸ਼ਨ ਹੋਇਆ ਐਜ਼ ਏ ਡੈਲੀਗੇਟ ਫਰੋਮ ਰਾਜਸਥਾਨ। ਸੋ ਅਸੀਂ ਫਿਰ ਆਪਣੇ ਉਦੋਂ ਸੋਵੀਅਤ ਯੂਨੀਅਨ ਤੇ ਈਸਟ ਜਰਮਨੀ ਆਏ। ਸੋ ਸਾਡਾ ਡੈਲੀਗੇਸ਼ਨ ਵਾਪਸ ਚਲਾ ਗਿਆ। ਸੋ ਮੇਰਾ ਪਹਿਲਾਂ ਹੀ ਪਲਾਨ ਸੀਗਾ, ਉੱਥੋਂ ਫਿਰ ਮੈਂ ਇੰਗਲੈਂਡ ਆਇਆ ਐਜ਼ ਏ ਵਿਜ਼ਟਰ, ਦੈਨ ਆਈ ਕੇਮ ਟੂ ਕੈਨੇਡਾ। And obviously I got married here in 1984. and so then we went back and then I came permanently as a permanent resident in 1986. ਜੀ, ਸੋ ਮਿਸਟਰ ਸਿੱਧੂ, ਹੁਣ ਜੇ ਆਪਾਂ ਤੁਹਾਡੀ ਕਮਿਊਨਿਟੀ ਇਨਵੋਲਵਮੈਂਟ ਦੀ ਇੱਥੇ ਗੱਲ ਕਰੀਏ, ਸੋ ਮੈਨੂੰ ਲੱਗਦਾ ਇਹ ਵੀ ਲਿਸਟ ਕਾਫੀ ਲੰਬੀ ਹੋ ਜਾਣੀ ਹੈ। ਸੋ ਆਪਾਂ ਇੱਕ ਇੱਕ ਕਰਕੇ ਇਹ ਸਾਰੇ ਜਿਹੜੇ ਹਿੱਸੇ ਆ ਉਹਨਾਂ ਨੂੰ ਛੋਹਾਂਗੇ। ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਨਟਸ਼ੈਲ ਦੇ ਵਿੱਚ, ਛੋਟੇ ਜਿਹੇ ਸ਼ਬਦਾਂ ਦੇ ਵਿੱਚ, ਤੁਹਾਡੀ ਕਮਿਊਨਿਟੀ ਇਨਵੋਲਵਮੈਂਟ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸੋ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਇਹ ਮੇਰਾ DNA ਦਾ ਹਿੱਸਾ ਆ, ਮੇਰੀ ਜ਼ਿੰਦਗੀ ਦਾ ਪਾਰਟ ਹੈ, ਤੇ ਕੋਈ ਗੋਡ ਗਿਵਨ ਗਿਫਟਾਂ ਹੁੰਦੀਆਂ, ਕੁਝ ਪੇਰੈਂਟਸ ਦੀ ਜਿਹੜੀ ਆਸ਼ੀਰਵਾਦ ਹੁੰਦੇ ਆ। ਸੋ ਮੈਂ ਜਦੋਂ ਫਾਈਨੈਂਸ਼ੀਅਲ ਐਡਵਾਈਜ਼ਰ ਸਨ ਲਾਈਫ ਨਾਲ ਬਣਿਆ, ਸੋ ਆਈ ਰਾਈਟ ਅਵੇ ਇਨਵੋਲਵ ਇਨ ਆਵਰ ਐਸੋਸੀਏਸ਼ਨ, ਫਾਈਨੈਂਸ਼ੀਅਲ ਐਡਵਾਈਜ਼ਰਸ ਐਸੋਸੀਏਸ਼ਨ ਆਫ ਕੈਨੇਡਾ, ਤੇ ਉਹਦੇ ਡਿਫਰੈਂਟ ਚੈਪਟਰਸ ਦੇ ਵਿੱਚ ਮੈਂ ਸਰਵ ਕਰਕੇ ਐਜ਼ ਏ ਪ੍ਰੋਫੈਸ਼ਨਲ ਡਿਵੈਲਪਮੈਂਟ ਚੇਅਰ, ਐਂਡ ਦੈਨ 94-95 ਵਾਜ਼ ਪ੍ਰੈਜ਼ੀਡੈਂਟ ਆਫ ਆਵਰ ਨਿਊ ਵੈਸਟਮਿਨਿਸਟਰ ਚੈਪਟਰ। ਉਦੋਂ 2 ਹੁੰਦੇ ਸੀਗੇ, ਐਂਡ ਦੈਨ ਅਗੇਨ ਇਨ 2009 ਅਗੇਨ ਆਈ ਸਰਵਡ। ਉਦੋਂ ਫਿਰ ਇੱਕ ਚੈਪਟਰ ਬਣ ਗਿਆ ਗ੍ਰੇਟਰ ਵੈਨਕੂਵਰ ਚੈਪਟਰ ਆਫ ਫਾਈਨੈਂਸ਼ੀਅਲ ਐਡਵਾਈਜ਼ਰਸ ਐਸੋਸੀਏਸ਼ਨ ਆਫ ਕੈਨੇਡਾ, ਉਹਨੂੰ ਐਡਵੋਕੇਟਸ ਕਹਿੰਦੇ ਆ। ਸੋ ਪ੍ਰੈਜ਼ੀਡੈਂਟ ਦੇ ਤੌਰ ਤੇ ਸਰਵ ਕੀਤਾ। ਸੋ ਇਸ ਦੇ ਨਾਲ ਬਿਕਾਜ਼ ਆਈ ਅਰਨਡ ਅ ਲੋਟ
ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ, ਕਿਉਂਕਿ ਜੇ ਮੇਰੇ ਤੁਸੀਂ ਡੈਜ਼ਿਗਨੇਸ਼ਨਸ ਦੇਖੋ, ਸਰਟੀਫਾਈਡ ਫਾਈਨੈਂਸ਼ੀਅਲ ਪਲਾਨਰ, ਚਾਰਟਰਡ ਫਾਈਨੈਂਸ਼ੀਅਲ ਕੰਸਲਟੈਂਟ, ਸਰਟੀਫਾਈਡ ਹੈਲਥ ਸਪੈਸ਼ਲਿਸਟ, ਚਾਰਟਰਡ ਲਾਈਫ ਅੰਡਰਰਾਈਟਰ, ਦਾ ਹਾਈਐਸਟ ਪੋਸੀਬਲ ਐਜੂਕੇਸ਼ਨ ਸਾਡੇ ਫੀਲਡ ਦੇ ਵਿੱਚ ਜਿਹੜੀ ਤੁਸੀਂ ਅਰਨ ਕਰ ਸਕਦੇ ਹੋ, ਜਿਹਨੂੰ 8-10 ਸਾਲ ਲੱਗ ਜਾਂਦੇ ਆ। ਸੋ ਐਜੂਕੇਸ਼ਨ ਨਾਲ ਬੀਇੰਗ ਐਜੂਕੇਟਰ ਇਨ ਇੰਡੀਆ ਮੇਰਾ ਇਹਦੇ ਨਾਲ ਸ਼ੁਰੂ ਤੋਂ ਹੀ ਲਗਾਵ ਰਿਹਾ। ਸੋ ਆਈ ਫਿਨਿਸ਼ ਦੈਟ ਬਿਕਾਜ਼ ਆਈ ਆਲਵੇਜ਼ ਬਿਲੀਵ ਵੀ ਜਿਹੜਾ ਤੁਸੀਂ ਕੰਮ ਕਰਨਾ ਆ ਉਹਨੂੰ ਤੁਸੀਂ ਇੰਨਾ ਸਿੱਖ ਕੇ ਕਰੋ ਕਿ ਉਹਦਾ ਸਿਰਾ ਲਾ ਦਿਓ। You have to do your utmost best what you do. We do as a media, we try our best to do that. Wonderful. So that was in a financial services industry. So ਇਹ ਮੇਰਾ ਇਨਵੋਲਵ ਇੰਡਸਟਰੀ ਦੇ ਵਿੱਚ ਜਿਹੜਾ ਹੈ always ਚੱਲਦਾ ਰਿਹਾ। ਇਹ ਬੜੀ ਤੁਸੀਂ ਖੂਬਸੂਰਤ ਗੱਲ ਕਹੀ ਆ ਕਿ ਜਿਹੜੀ ਚੀਜ਼ ਨੂੰ ਤੁਸੀਂ ਕਰੋ ਤੁਸੀਂ ਉਹਨੂੰ ਸਿਰੇ ਤੇ ਹੀ ਲਾ ਕੇ ਕਰੋ, ਹੈ ਨਾ, ਅੱਤ ਕਰ ਦਿਓ ਤੁਸੀਂ। ਮੈਂ ਵੀ ਜਦੋਂ ਤੁਹਾਡੇ ਆਫਿਸ ਵਿੱਚ ਐਂਟਰ ਹੋਈ ਹਾਂ, ਮੈਂ ਉਹ ਦੀਵਾਰ ਦੇਖੀ ਜਿੱਥੇ ਤੁਹਾਡੀਆਂ ਐਕੈਡੈਮਿਕ ਅਕਾਂਪਲਿਸ਼ਮੈਂਟਸ ਲੱਗੀਆਂ ਹੋਈਆਂ ਸੀ ਅਤੇ ਬੜਾ ਮਾਣ ਮਹਿਸੂਸ ਹੋਇਆ, ਦਿਲ ਬਹੁਤ ਖੁਸ਼ ਹੋਇਆ ਦੇਖ ਕੇ ਕਿ ਤੁਸੀਂ ਆਪਣੀ ਲਰਨਿੰਗ ਦਾ ਪ੍ਰੋਸੈਸ ਹਾਲੇ ਤੱਕ ਤੁਸੀਂ ਜਾਰੀ ਰੱਖਿਆ ਹੋਇਆ, ਹੈ ਨਾ। ਐਂਡ ਲਰਨਿੰਗਸ ਤਾਂ ਸਾਰੀ ਲਾਈਫ ਆਪਣੀ ਚੱਲਦੀਆਂ ਰਹਿੰਦੀਆਂ ਹਨ। ਸੋ ਹੁਣ ਤੁਸੀਂ ਥੋੜ੍ਹਾ ਜਿਹਾ ਆਪਾਂ ਮੀਡੀਆ ਵੱਲ ਆਉਂਦੇ ਹਾਂ ਤਾਂ ਐਜ਼ ਏ ਹੋਸਟ ਕਿੱਦਾਂ ਤੁਸੀਂ ਸ਼ੁਰੂ ਕੀਤਾ ਜਾਂ ਕਿੱਦਾਂ ਤੁਹਾਨੂੰ ਹੋਸਟ ਬਣਨ ਦਾ ਸਬਬ ਬਣਿਆ, ਜਾਂ ਇਹ ਤੁਹਾਡਾ ਪੁਰਾਣਾ ਸ਼ੌਕ ਸੀ? ਇਹ ਮੇਰਾ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਹਾਈ ਸਕੂਲ ਤੋਂ ਮੇਰੇ ਫਰੈਂਡ ਸੀਗੇ, ਉਹਨਾਂ ਨੇ ਨਿਊਜ਼ਪੇਪਰ ਸਟਾਰਟ ਕੀਤਾ ਸ਼੍ਰੀ ਗੰਗਾਨਗਰ ਤੋਂ। ਸੋ ਮੈਂ ਹਾਈ ਸਕੂਲ ਲੇਟਰ ਈਅਰਸ ਤੋਂ ਹੀ ਮੈਂ ਇਨਵੋਲਵ ਰਿਹਾ ਆ। ਐਂਡ ਉਹ ਜਿਹੜੀ ਮੇਰੀ ਪੈਸ਼ਨ ਜਾਂ ਸ਼ੌਂਕ ਹੈ ਮੇਰੇ ਨਾਲ ਰਿਹਾ। ਆਈ ਫਿਨਿਸ਼ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਜਰਨਲਿਜ਼ਮ ਫਰਮ ਯੂਨੀਵਰਸਿਟੀ ਆਫ ਰਾਜਸਥਾਨ। ਸੋ ਇਹ ਵਨ ਵੇ ਔਰ ਅਦਰ ਆਈ ਰਿਟਨ few stories, interviewed few people at that time, and then ਜਦੋਂ ਤੁਸੀਂ ਕੈਨੇਡਾ 'ਚ ਆਉਂਦੇ ਆ ਤੁਸੀਂ ਫਿਰ ਸਕ੍ਰੈਚ ਤੋਂ ਸ਼ੁਰੂ ਕਰਦੇ ਆ। ਐਂਡ ਜਦੋਂ ਮੈਂ ਕੈਲਗਰੀ ਤੋਂ ਇੱਥੇ ਮੂਵ ਹੋ ਗਿਆ, ਸੋ ਉਸ ਤੋਂ ਪਹਿਲਾਂ we started with a radio station, very unknown station, and we used to spend hours. ਐਂਡ ਫਿਰ ਹੌਲੀ ਹੌਲੀ ਕਮਿਊਨਿਟੀ ਦੇ ਵਿੱਚ ਇਨਵੋਲਵਮੈਂਟ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਮਿਊਨਿਟੀ ਸਰਵਿਸਿਜ਼ ਜਿਹੜੀ ਹੈਗੀ ਆ ਉਹਦਾ ਵੀ ਆਪਾਂ ਗੱਲਬਾਤ ਕਰਾਂਗੇ। ਸੋ ਮੀਡੀਆ ਨਾਲ ਮੇਰਾ ਇਹ ਵਨ ਵੇ ਔਰ ਦਾ ਅਨਦਰ ਵਿਦ ਡਿਫਰੈਂਟ ਨੈਟਵਰਕ ਇਨ ਅ ਡਿਫਰੈਂਟ ਰੋਲ, ਰੇਡੀਓ, ਟੀਵੀ, ਪ੍ਰਿੰਟ, ਇਹਦੇ ਨਾਲ ਮੇਰਾ ਜਿਹੜਾ ਹੈਗਾ ਆ ਜਿਹੜਾ ਮੈਂ ਜੁੜਿਆ ਰਿਹਾ ਆਲਵੇਜ਼। ਜੀ ਮਿਸਟਰ ਸਿੱਧੂ, ਤੁਹਾਡੀਆਂ ਗੱਲਾਂ ਬਹੁਤ ਦਿਲਚਸਪ ਆ, ਇਨਫੋਰਮੇਸ਼ਨ ਵੀ ਬੜੀ ਵਧੀਆ ਮੈਨੂੰ ਮਿਲ ਰਹੀ ਆ, ਪਰ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ। ਥੈਂਕ ਯੂ। ਵਾਪਸ ਆਉਂਦੇ ਆ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫਿਰ ਸਵਾਗਤ ਹੈ ਜੀ। ਸਾਰਿਆਂ ਨੂੰ ਜੀ ਆਇਆਂ ਨੂੰ। ਆਪਾਂ ਗੱਲਬਾਤ ਕਰ ਰਹੇ ਸੀ CJ ਸਿੱਧੂ ਜੀ ਨਾਲ। ਮਿਸਟਰ ਸਿੱਧੂ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਜੀ। ਥੈਂਕ ਯੂ ਲਵੀ। ਹੁਣ ਆਪਾਂ ਥੋੜ੍ਹਾ ਜਿਹਾ ਫਾਈਨੈਂਸ਼ੀਅਲ ਜਿਹੜੀ ਤੁਹਾਡੀ ਐਕਸਪਰਟੀਜ਼ ਹੈਗੀ ਆ, ਜਿੱਦਾਂ ਆਪਾਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ 30 ਸਾਲ ਕਰੀਬ ਤੁਹਾਨੂੰ ਵਕਫਾ ਹੋ ਗਿਆ, ਕਿ ਮੈਨੂੰ ਲੱਗਦਾ ਕਾਫੀ ਲੋਕਾਂ ਦੀ ਉਹਦੀ ਉਮਰ ਨਹੀਂ ਹੋਈ ਹੋਣੀ ਜਿੰਨਾ ਤੁਹਾਡਾ ਪ੍ਰੋਫੈਸ਼ਨਲ ਤਜਰਬਾ ਆਇਆ, ਹੈ ਨਾ। ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਹੋਰ ਦੱਸੋ। ਸੋ ਇਹ ਜਿਹੜੀ ਸਫ਼ਰਨਾਮਾ ਮੇਰਾ ਫਾਈਨੈਂਸ਼ੀਅਲ ਸਰਵਿਸਿਜ਼ ਇੰਡਸਟਰੀ ਸੀਗਾ, ਇਸ 'ਚ ਮੈਂ ਪਹਿਲੇ 2 ਸਾਲ ਐਜ਼ ਏ ਐਡਵਾਈਜ਼ਰ, ਫਿਰ 10 ਸਾਲ ਮੈਂ ਰਿਹਾ ਮਿਡਲ ਮੈਨੇਜਮੈਂਟ 'ਚ। ਮਿਡਲ ਮੈਨੇਜਮੈਂਟ ਦੇ ਵਿੱਚ ਮੈਂ ਡਿਫਰੈਂਟ ਰੋਲ ਆਪਣੇ ਅਦਾ ਕੀਤੇ, ਜਿਹਦੇ ਵਿੱਚ ਆਪਣੇ ਐਜ਼ ਏ ਏਜੰਸੀ ਸੁਪਰਵਾਈਜ਼ਰ, ਐਜ਼ ਏ ਟ੍ਰੇਨਰ, ਜਦੋਂ ਨਿਊ ਐਡਵਾਈਜ਼ਰ ਆਉਂਦੇ ਸੀ ਉਹਨਾਂ ਦੀ ਟ੍ਰੇਨਿੰਗ ਕਰਨੀ। ਸੋ ਦੈਟ ਵਾਜ਼ ਮਾਈ ਐਜੂਕੇਸ਼ਨ ਪਾਰਟ, always stayed with me. So sales manager, producer development manager, so ਜਿਹੜੇ different middle management ਦੇ roles ਹੈ almost 10 years ਮੈਂ ਉਦੋਂ ਕੀਤੇ। ਤੇ ਉਸ ਤੋਂ ਬਾਅਦ ਫਿਰ ਮੈਂ ਆਪਦੀ ਇੰਡੀਪੈਂਡੈਂਟ ਜਿਹੜੀ ਪ੍ਰੈਕਟਿਸ ਹੈਗੀ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ ਸਟਾਰਟ ਕੀਤੀ। ਸੋ ਇਹ ਜਿਹੜੀ ਪ੍ਰੈਕਟਿਸ ਹੁਣ ਇਸ ਨੂੰ 30 ਇਅਰਸ ਹੋ ਗਏ, ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਆਮ ਡੀਲਿੰਗ ਵਿਦ 3rd ਜਨਰੇਸ਼ਨ ਨਾਓ। ਕਮਿਊਨਿਟੀ ਦਾ ਬਹੁਤ ਭਰਵਾਂ ਹੁੰਗਾਰਾ ਮਿਲਿਆ ਆ, ਬਹੁਤ ਜ਼ਿਆਦਾ ਰਿਸਪੈਕਟ ਹੈ। ਇਹ ਆਲਮੋਸਟ 99 to 100% ਮੇਰੀ ਪ੍ਰੈਕਟਿਸ ਹੈ ਰੈਫਰਲ ਬੇਸਡ, ਔਰ ਆਈ ਟੋਲਡ ਯੂ ਵੀ 3rd ਜਨਰੇਸ਼ਨ ਫੈਮਿਲੀ ਦੇ ਵਿੱਚ ਜਿਹੜੀ ਹੈਗੀ ਹੈ ਤੇ ਜਿਹੜੀ ਰਿਕਮੈਂਡੇਸ਼ਨ ਹੈ ਉਹਦੇ ਨਾਲ ਮੇਰੀ ਜਿਹੜੀ ਪ੍ਰੈਕਟਿਸ ਹੈਗੀ ਹੈ। ਤੇ ਜਿਵੇਂ ਆਪਣੀ ਪਹਿਲਾਂ ਆਫਲਾਈਨ ਗੱਲ ਹੁੰਦੀ ਸੀ, ਜਿਹੜੀ ਸਰਵਿਸ ਹੈ ਜਾਂ ਸੇਵਾ ਆ, ਉਹ ਆਲਵੇਜ਼ ਕਾਰਨਰ ਸਟੋਨ ਰਿਹਾ, ਭਾਵੇਂ ਉਹ ਕਲਾਇੰਟ ਦੀ ਹੋਵੇ, ਭਾਵੇਂ ਉਹਨਾਂ ਦੇ ਕੋਈ ਕੁਐਸਚਨ ਹੋਣ ਜਾਂ ਉਹਨੂੰ ਪ੍ਰੋਡਕਟ ਬਾਰੇ ਸਰਵਿਸ ਪ੍ਰੋਵਾਈਡ ਕਰਨੀ ਹੋਏ, ਆਲਵੇਜ਼ ਟੇਕ ਏ ਪ੍ਰਾਇੋਰਟੀ। ਇਹ ਨਹੀਂ ਹੈਗਾ, ਕਿਉਂਕਿ ਸਾਡੀ ਇੰਡਸਟਰੀ ਥੋੜ੍ਹਾ ਜਿਹਾ ਬੈਕਲੈਸ਼ ਜਿਹੜਾ ਹੈਗਾ ਕਿ ਲੋਕੀ, ਕਿਉਂਕਿ ਜਦੋਂ ਨਵੇਂ ਯੰਗ ਪੀਪਲ ਸਟਾਰਟ ਕਰਦੇ ਉਹਨਾਂ 'ਤੇ ਇੰਨਾ ਪ੍ਰੈਸ਼ਰ ਹੁੰਦਾ, ਦੇ ਵਾਂਟ ਟੂ ਮੇਕ ਏ ਨਿਊ ਸੇਲਸ ਐਂਡ ਦੈਨ ਦੇ ਫੋਰਗੈਟ ਅਬਾਊਟ ਪੀਪਲ। ਸੋ ਉਹ ਜਿਹੜਾ ਸਰਵਿਸ ਪਾਰਟ ਹੈ
ਬਟ ਦੇ ਡੋਂਟ ਰਿਅਲਾਈਜ਼ ਜੇ ਤੁਸੀਂ ਸਰਵਿਸ ਕਰਦੇ ਆ ਯੂ ਗੈਟ ਅ ਰਿਪੀਟ ਬਿਜ਼ਨਸ। ਬਿਲਕੁਲ ਜੀ, ਮੈਨੂੰ ਤੁਹਾਡੀ ਗੱਲ ਦੀ ਬੜੀ ਖੂਬਸੂਰਤੀ ਵੀ ਲੱਗੀ ਆ ਕਿ ਤੁਸੀਂ ਜਿਸ ਹਿਸਾਬ ਨਾਲ ਦੱਸਿਆ ਕਿ 3rd ਜਨਰੇਸ਼ਨਸ ਨੂੰ ਤੁਸੀਂ ਹੁਣ ਸਰਵ ਕਰ ਰਹੇ ਹੋ ਨਾ, ਪਰ ਮੈਨੂੰ ਲੱਗਦਾ ਤੁਹਾਡਾ ਇਹ ਜਿਹੜਾ ਫੋਲੋ ਅਪ ਕਰਨ ਦਾ ਜਾਂ ਬਹੁਤ ਪ੍ਰੋਫੈਸ਼ਨਲ ਸਰਵਿਸਿਜ਼ ਦੇਣ ਦਾ, ਜਾਂ ਆਪਾਂ ਪਹਿਲਾਂ ਇਮੋਸ਼ਨਲ ਟੱਚ ਦੀ ਵੀ ਗੱਲ ਕੀਤੀ ਸੀ, ਉਹ ਤੁਹਾਡੀ ਬਹੁਤ ਵਧੀਆ ਖਾਸੀਅਤ ਆ। ਤੁਸੀਂ ਇਸ ਚੀਜ਼ ਨੂੰ ਬਹੁਤ ਵਧੀਆ ਬਖੂਬੀ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਨਾ। ਪਰ ਇਹਦੇ ਨਾਲ ਮੈਨੂੰ ਇਹ ਦੱਸੋ ਕਿ ਇਸ ਇੰਡਸਟਰੀ ਨਾਲ 30 ਸਾਲ ਦਾ ਸਮਾਂ ਕੋਈ ਥੋੜਾ ਸਮਾਂ ਨਹੀਂ ਹੁੰਦਾ। ਕੋਈ ਖਾਸ ਵਜ੍ਹਾ ਇਸ ਇੰਡਸਟਰੀ ਨਾਲ ਜੁੜੇ ਰਹਿਣ ਦੀ? ਵੈਲ ਜੇ ਤੁਸੀਂ ਦੇਖੋ ਕਿ ਪਹਿਲਾਂ ਮੈਂ ਐਜ਼ ਏ ਲੈਕਚਰਰ ਜਾਂ ਐਜ਼ ਏ ਪ੍ਰੋਫੈਸਰ ਇਨ ਏ ਇਕਨੋਮਿਕ ਫੀਲਡ, ਜੀ, ਸੋ ਇਟਸ ਅ ਵੈਰੀ ਸਿਮਿਲਰ ਫੀਲਡ। ਜੀ, ਉੱਥੇ ਇਕਨੋਮਿਕਸ ਬੱਚਿਆਂ ਨੂੰ ਪੜ੍ਹਾਉਂਦੇ ਸੀਗੇ, ਵਾਲ ਗਰੋਨ ਅਪ ਕਿਡਸ, ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਸਟੂਡੈਂਟਸ। ਸੋ ਇੱਥੇ ਵੀ ਲੋਕਾਂ ਨੂੰ ਫਾਈਨੈਂਸ਼ੀਅਲ ਸਰਵਿਸਿਜ਼, ਮਨੀ ਮੈਨੇਜ ਬਾਰੇ ਐਜੂਕੇਟ ਕਰਨਾ। ਜੀ, ਸੋ ਇਹ ਮੇਰਾ ਰੁਝਾਨ ਉੱਥੇ ਹੀ ਰਿਹਾ ਸੀ, ਐਂਡ ਲੱਕੀਲੀ ਆਈ ਗੋਟ ਇਨ ਦਿਸ ਪ੍ਰੋਫੈਸ਼ਨ। ਆਈ ਗੋਟ ਗੁੱਡ ਮੈਂਟਰਸ ਇਨ ਦ ਬਿਜ਼ਨਸ। ਜੀ, ਚੰਗੇ ਮੈਨੂੰ ਮਿਲੇ ਜਿਨ੍ਹਾਂ ਨੇ ਕੋਈ ਸੋਹਣੇ ਵੈਲਿਊ ਸਿਸਟਮ ਦੇ ਨਾਲ ਇਹ ਇੰਡਸਟਰੀ ਦੇ ਵਿੱਚ ਮੈਨੂੰ ਟ੍ਰੇਨਡ ਕੀਤਾ। ਬਾਕੀ ਐਜੂਕੇਸ਼ਨ ਨਾਲ ਮੇਰਾ ਪਿਆਰ ਕਰਕੇ ਜਿਹੜੇ ਕ੍ਰੈਡੈਂਸ਼ੀਅਲਸ ਹੈਗੇ ਆ ਉਸ ਤੇ ਫੋਕਸ ਕੀਤਾ, ਤੇ ਇਸ ਦੇ ਨਾਲ ਨਾਲ ਇੰਡਸਟਰੀ ਦੇ ਵਿੱਚ ਆਈ ਕੁਆਲੀਫਾਈਡ ਫॉर ਸਨ ਲਾਈਫ ਕਨਵੈਨਸ਼ਨਸ, ਜਿਹੜੇ ਕਿ ਟੌਪ ਐਡਵਾਈਜ਼ਰਸ ਕੁਆਲੀਫਾਈ ਕਰਦੇ, ਉਹਦੇ ਚ ਆਈ ਵਨ ਏ ਨੈਸ਼ਨਲ ਕੁਆਲਿਟੀ ਅਵਾਰਡ ਫਰੋਮ our association for doing a quality business. So national quality award, won those awards. $1 million round table, ਜਿਹੜਾ ਕਿ ਬੜਾ prestigious title ਹੈਗਾ, I achieved that as well. So the industry was good to me. I did very well for myself, and my clients did very well. Wonderful. Because they say in every industry, I started with some clients, they were just new and they were starting out, and they are now multimillionaires. And when they grew, I grew with them. Absolutely. Because with the trust level, I remember one example I can give that. It took me 3 appointments to sell 30 years ago a 100,000 policy. And then in that family, I sold millions of life insurance in a half an hour. Excellent. So that's a trust level. They said, CJ, this is that, this is our budget. What do you think is best? Tell us where to sign. Wonderful. So that's a lot of trust, lot of confidence, and you have to respect that trust and confidence because you don't break that. ਬਿਲਕੁਲ ਮਿਸਟਰ ਸਿੱਧੂ, ਇੱਥੇ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ trust is something you have to earn. ਹੈ ਨਾ, ਕਿਉਂਕਿ ਆਪਾਂ ਇਹਨਾਂ ਮੁਲਕਾਂ 'ਚ ਆਏ ਹਾਂ, ਬੜੀ ਮਿਹਨਤ ਦੀ ਕਮਾਈ, ਕਿਸੇ ਨੂੰ $1 ਵੀ ਦੇਣਾ ਹੋਵੇ ਨਾ ਆਪਾਂ 100 ਵਾਰੀ ਸੋਚਦੇ ਹਾਂ। ਪਰ ਜਿਸ ਹਿਸਾਬ ਨਾਲ ਕਮਿਊਨਿਟੀ ਦਾ ਤੁਹਾਨੂੰ ਪਿਆਰ ਮਿਲਿਆ, ਜਿਸ ਹਿਸਾਬ ਨਾਲ ਤੁਸੀਂ ਜਨਰੇਸ਼ਨਸ ਸਰਵ ਕਰ ਰਹੇ ਹੋ, ਤੇ ਇਹ ਟਰਸਟ ਤੁਸੀਂ ਅਰਨ ਕੀਤਾ। ਤੁਹਾਡੀ ਸ਼ਖਸੀਅਤ ਇੱਦਾਂ ਦੀ ਆ, ਪ੍ਰੋਫੈਸ਼ਨਲਿਜ਼ਮ ਨਾਲ ਤੁਸੀਂ ਬੜੀ ਖੂਬਸੂਰਤੀ ਨਾਲ ਇਹ ਚੀਜ਼ ਅਰਨ ਕੀਤੀ ਹੈ ਨਾ। ਸੋ ਹੁਣ ਆਪਾਂ ਵਾਪਸ ਫਿਰ ਕਮਿਊਨਿਟੀ ਇਨਵੋਲਵਮੈਂਟ 'ਤੇ ਆ ਜਾਈਏ। ਸੋ ਤੁਸੀਂ ਮੈਨੂੰ ਇਹ ਦੱਸੋ ਕਿ ਕਮਿਊਨਿਟੀ ਇਨਵੋਲਵਮੈਂਟ ਨੂੰ ਜਦੋਂ ਤੁਸੀਂ ਦੇਖਦੇ ਹੋ, ਕਮਿਊਨਿਟੀ ਨੂੰ ਤੁਸੀਂ ਕੀ ਮੰਨਦੇ ਹੋ ਕਿ ਸਭ ਤੋਂ ਵਧੀਆ ਦੇਣ ਤੁਹਾਡੀ ਕੀ ਆ, ਜਾਂ ਫਿਰ ਤੁਸੀਂ ਕਮਿਊਨਿਟੀ ਤੋਂ ਕੀ ਸਭ ਤੋਂ ਵੱਡੀ ਜਿਹੜੀ ਵਡਮੁੱਲੀ ਸਿੱਖਿਆ ਲਈ ਹੈਗੀ? ਕਮਿਊਨਿਟੀ ਤੁਸੀਂ ਜਦੋਂ ਸਰਵ ਕਰਦੇ ਆ ਜੀ, ਯੂ ਡੋਂਟ ਸਰਵ ਅ ਕਮਿਊਨਿਟੀ ਫॉर ਅ ਗੇਨ, ਫਾਇਦੇ ਲਈ ਨਹੀਂ ਕਰਦੇ। ਬਿਲਕੁਲ। ਐਂਡ ਜਦੋਂ ਤੁਸੀਂ ਕਰਦੇ ਆ, ਆਪਣੇ ਬਾਬੇ ਨਾਨਕ ਨੇ ਵੀ ਕਿਹਾ, ਜਦੋਂ ਤੁਸੀਂ ਨਿਸ਼ਕਾਮ ਸੇਵਾ ਕਰਦੇ ਆ, ਇਟ ਕਮਸ ਬੈਕ ਟੂ ਯੂ ਟੈਨਫੋਲਡ। ਸੋ ਉਹ ਜਿਹੜੀ ਸੇਵਾ ਭਾਵਨਾ ਹੈ, ਉਹਦਾ ਜਿਹੜਾ ਤੁਹਾਨੂੰ ਸੈਟਿਸਫੈਕਸ਼ਨ ਜਾਂ ਜਿਹੜਾ ਆਨੰਦ ਮਿਲਦਾ ਨਾ, ਉਹ ਤੁਸੀਂ ਵਰਡਾਂ ਦੇ ਵਿੱਚ ਐਕਸਪਲੇਨ ਨਹੀਂ ਕਰ ਸਕਦੇ। ਐਕਸਲੈਂਟ। ਸੋ ਜਿਸ ਤਰ੍ਹਾਂ ਮੈਂ ਜਦੋਂ ਡੈਲਟਾ 'ਚ ਰਹਿੰਦਾ ਸੀ, ਫਰੋਮ 2012 to 2015, I served as a commissioner on Delta Park Recreation and Culture Commission. So it was non-paid, volunteer work. So then you're serving, because I lived in Delta for 26 years. And ਇਸ ਦੇ ਨਾਲ ਨਾਲ ਕਮਿਊਨਿਟੀ ਸੇਵਾ ਦਾ ਦੂਜਾ ਐਗਜ਼ਾਮਪਲ ਹੈ, ਮੈਂ 2009 to 2015 for 6 years I served on a Provincial Health Services Authority, PHSA, ਜਿਹਦੇ ਵਿੱਚ ਸਾਡੇ ਕੈਂਸਰ ਏਜੰਸੀ, ਹਾਰਟ ਜਿਹੜੇ ਆ ਆਉਂਦੇ ਆ, ਚਿਲਡਰਨਸ ਹਸਪੀਟਲ, ਵੂਮਨਸ ਹਸਪੀਟਲ, ਐਂਡ ਸੋ ਐਜ਼ ਅ ਬੋਰਡ ਮੈਂਬਰ when you make a decision that make difference in people's life, it's just amazing feeling. Wonderful.
ਸੋ ਇਹ ਫਿਊ ਜਿਹੜੇ ਹੈਗੇ ਬੋਰਡਸ ਤੇ ਸਰਵ ਕਰਨਾ, ਕਮੇਟੀਜ਼ ਤੇ ਸਰਵ ਕਰਨਾ, ਐਂਡ ਯੂ ਗੇਨ ਅ ਲੋਟ ਆਫ ਐਕਸਪੀਰੀਅੰਸ ਟੂ ਐਂਡ ਨੌਲੇਜ ਐਜ਼ ਵੈਲ। ਸੋ ਇਹ ਮਤਲਬ ਵਨ ਵੇ ਸਟਰੀਟ ਨਹੀਂ ਹੁੰਦੀ। ਸੋ ਇਸ ਦੇ ਨਾਲ ਨਾਲ ਬਾਕੀ ਨੇ ਕਾਫੀ ਆਰਗੇਨਾਈਜੇਸ਼ਨ ਜਿਹੜੇ ਕਮਿਊਨਿਟੀ ਦੇ ਵਿੱਚ ਹੈਗੀਆਂ ਆ, ਉਹਨਾਂ ਨਾਲ ਉਹਨਾਂ ਦੇ ਮਾਸਟਰ ਆਫ ਸੈਰੇਮਨੀਜ਼ ਜਿਹੜਾ ਕਰਨਾ ਇਟਸ ਵੈਰੀ ਕਾਮਨ ਫॉर ਮੀ ਟੂ ਦੇ ਆਸਕ ਮੀ ਟੂ ਡੂ। ਕੈਂਸਰ ਫਾਊਂਡੇਸ਼ਨ ਹੈਗੀ ਆ, ਲੋਟ ਆਫ ਅਦਰ ਮੁੰਡੇ ਕੁੜੀ ਦੀ ਲੋਹੜੀ ਹੈਗੀ ਹੈ, ਯੂ ਨੋ ਦੇ ਆਰ ਗੁੱਡ ਫਰੈਂਡ ਆਫ ਮਾਈਨ, ਉੱਥੇ ਜਾਣਾ ਤੁਸੀਂ ਬੋਲਣਾ, ਲਾਈਕ ਯੂ ਡੂ ਇਟ ਔਨ ਯੋਰ ਟਾਈਮ, ਯੋਰ ਫੈਮਲੀਜ਼ ਟਾਈਮ, but I just amazing experience serving our community. And Lavi, I tell you, I just got so much love. Sometimes I get emotional when I sit by myself. And sometimes I have tears in my eyes. Oh my God, that actually, Mr. Sidhu, in a way, it's a blessing. ਜਿਹੜੀ ਇਹ ਚੀਜ਼ ਆਪਣੀ ਰੂਹ ਨੂੰ ਸਕੂਨ ਦਿੰਦੀ ਨਾ, ਜਦੋਂ ਤੁਸੀਂ ਆਪਣਿਆਂ ਨੂੰ ਕੁਛ ਦਿੰਦੇ ਆ ਤੇ ਇੱਕ ਇਹਨੂੰ ਕਹਿ ਲਈਏ ਕਿ ਨਿਸ਼ਕਾਮ ਸੇਵਾ ਵਜੋਂ ਕੁਛ ਕਰਦੇ ਆ, ਜਿਵੇਂ ਤੁਸੀਂ ਵੋਲੰਟੀਅਰ ਕੰਮ ਦੀ ਜ਼ਿਕਰ ਕੀਤਾ ਆ, ਤੇ ਇਹ ਚੀਜ਼ ਆਪਣੀ ਰੂਹ ਨੂੰ ਸਕੂਨ ਦਿੰਦਾ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਬਹੁਤ ਕੁਛ ਦੇ ਜਾਂਦਾ। ਸਬਕੌਂਸ਼ੀਅਸਲੀ ਤੁਸੀਂ ਇੰਨਾ ਕੁਛ ਸਿਖਾ ਜਾਂਦੇ ਆਪਣੇ ਬੱਚਿਆਂ ਨੂੰ, ਫਿਰ ਮੈਨੂੰ ਇਹ ਲੱਗਦਾ ਹੁੰਦਾ ਕਿ ਇਨਸਾਨ ਰਹੇ ਜਾਂ ਨਾ ਰਹੇ, ਪਰ ਜਿਹੜੇ ਕੰਮ ਹੁੰਦੇ ਆ ਵਧੀਆ, ਉਹ ਤੁਹਾਡੇ ਹਮੇਸ਼ਾ ਹੀ ਰਹਿੰਦੇ ਤੇ ਬੱਚੇ ਹਮੇਸ਼ਾ ਹੀ ਯਾਦ ਕਰਦੇ ਰਹਿੰਦੇ ਆ, ਹੈ ਨਾ। ਸੋ ਹੁਣ ਮਿਸਟਰ ਸਿੱਧੂ, ਮੈਂ ਬੱਚਿਆਂ ਦੀ ਥੋੜ੍ਹੀ ਗੱਲ ਕੀਤੀ ਹੈ, ਉਸ ਤੋਂ ਪਹਿਲਾਂ ਜੇ ਮੈਂ ਹੁਣ ਤੁਹਾਡੇ ਬੈਟਰ ਹਾਫ ਦੀ ਗੱਲ ਨਹੀਂ ਕਰੂੰਗੀ ਤਾਂ ਮੈਨੂੰ ਲੱਗਦਾ ਕਿ ਉਹ ਥੋੜ੍ਹਾ ਬੁਰਾ ਨਾ ਮਨਾ ਜਾਣ। ਸੋ ਆਪਾਂ ਤੁਹਾਡੇ ਬੈਟਰ ਹਾਫ ਦੀ ਥੋੜ੍ਹੀ ਗੱਲ ਕਰਦੇ ਹਾਂ, ਤੁਸੀਂ ਥੋੜ੍ਹਾ ਜਿਹਾ ਆਪਣੇ ਵਾਈਫ ਬਾਰੇ ਦੱਸੋ। ਹਾਂਜੀ, ਸੋ ਮੈਂ ਜਦੋਂ 84 'ਚ ਆਇਆ ਜੀ, ਸੋ ਆਪਣੇ ਮੇਰੇ ਬ੍ਰਦਰ ਕੋਲੇ ਮੈਂ ਆਇਆ ਕੈਲਗਰੀ, ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੈਨੇਡਾ ਪਸੰਦ ਆਇਆ? ਮੈਂ ਕਿਹਾ ਜੀ ਹਾਂਜੀ, ਮੈਨੂੰ ਬਹੁਤ ਪਸੰਦ ਆਇਆ। ਤੇ ਉਹਨਾਂ ਨੇ ਫਿਰ ਵਰਲਡ ਆਊਟ ਜਿਵੇਂ ਆਪਣੇ ਪੰਜਾਬੀ ਸਟਾਈਲ ਕਰਤਾ ਵੀ, ਹੈ ਨਾ। And then, you know, it happened in a way that we went to visit Kitty Matt, and she grew up in Terrace. So they go by English name Gail, but pura naam Gurdarshan Kaur. And so it was 84. We happened to go there. We came back. Kisi ne apne introduce kita jive apne karde hunde hai. So it was arranged marriage. Put it this way. So I went to see her. We saw each other for half an hour, and in last October we married for 35 years. Wonderful, excellent. And just I can add one thing. She grew up here. Her grandfather came here in 1906. So this family is here over 100 years. Wonderful. In this community, one way or the another. And she was very supportive, very helpful. What I was able to do in our community or in my profession, it was not possible to do that without her. I totally agree. ਵੈਸੇ ਵੀ ਕਹਿੰਦੇ ਹੁੰਦੇ ਕਿ ਜੇ ਕੋਈ ਬਹੁਤ ਕਾਮਯਾਬ ਇਨਸਾਨ ਹੈ, ਖਾਸ ਕਰਕੇ ਜਦੋਂ ਆਪਾਂ ਮਰਦ ਦੀ ਗੱਲ ਕਰਦੇ, ਕਾਮਯਾਬ ਮਰਦ ਪਿੱਛੇ ਇੱਕ ਵਧੀਆ ਕਾਮਯਾਬ ਔਰਤ ਦਾ ਹੱਥ ਹੁੰਦਾ, ਤੇ ਮੈਨੂੰ ਲੱਗਦਾ ਇਹ ਤੁਹਾਡੇ ਤੇ ਬਹੁਤ ਟੁਕਦਾ ਆ। Yes, thank you, very much so. And ਉਹ ਜਿਹੜੀ ਸਪੋਰਟ ਹੈਗੀ ਆ, ਉਹ ਜਿਹੜਾ ਕੰਪੈਨੀਅਨਸ਼ਿਪ ਤੇ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ ਤੇ ਟਰਸਟ ਹੈਗਾ। And I was growing up and moving here, I was out quite a bit, all the time in the community, to serve a community and come to a point where I am. Your spouse have to be very understanding. Definitely, I totally agree. So I'm very blessed and very happy to have a spouse like that. Have 3 wonderful kids. Excellent. A daughter and 2 boys. And you know, when people ask me, I find very blessed. I count my blessings every day in the morning, and when I go to sleep, I count my blessings again. Beautiful. You know, the country I adopted, the profession I got into, the, you know, and another passion of my media, my health, you know, I feel myself so blessed. So Mr. Sidhu, ਤੁਸੀਂ ਅਖੀਰ ਵਿੱਚ ਸਾਨੂੰ ਕੋਈ ਇਹੋ ਜਿਹੀ ਗੱਲ ਦੱਸ ਕੇ ਜਾਓ, ਇਹੋ ਜਿਹੇ ਟਿਪਸ ਦੇ ਕੇ ਜਾਓ ਕਿ ਅਸੀਂ ਵੀ ਕੁਛ ਤੁਹਾਡੇ ਵਰਗੇ ਹੋ ਸਕੀਏ। ਸਾਡੇ ਦਰਸ਼ਕ ਜ਼ਰੂਰ ਜਾਣਨਾ ਚਾਹਣਗੇ। Thank you very much, and thank you for the interview, Lavi. It was very nice. At times it was emotional because it had to be. It was a long journey, but a very good journey. And ਬਹੁਤ ਸੋਹਣਾ ਸਫ਼ਰਨਾਮਾ ਜ਼ਿੰਦਗੀ ਦਾ ਰਿਹਾ। ਬਾਕੀ ਜਿਵੇਂ ਤੁਸੀਂ ਕਿਹਾ ਆ, ਜੇ ਆਪਣੇ ਯੰਗ ਐਡਵਾਈਜ਼ਰਸ ਲਿਸਨ ਕਰ ਰਹੇ ਆ ਜਾਂ ਆਪਣੇ ਕਮਿਊਨਿਟੀ ਦੇ ਯੰਗ ਪੀਪਲ ਜੇ ਸੁਣ ਰਹੇ ਆ, ਕੋਈ ਮੈਜਿਕ ਫਾਰਮੂਲਾ ਨਹੀਂ ਜ਼ਿੰਦਗੀ 'ਚ। ਬਿਲਕੁਲ, ਯੂ ਹੈਵ ਟੂ ਵਰਕ ਹਾਰਡ, ਯੂ ਹੈਵ ਟੂ ਪੇ ਯੂਰ ਡਿਊਜ਼। ਤੁਸੀਂ ਓਵਰਨਾਈਟ ਕੁਛ ਨਹੀਂ ਹੈਪਨ ਹੁੰਦਾ।
unless you win a lottery or something, and that's one in a million. One in a million. So जी. the basic: work hard, जी. be honest, put yourself out there, and always improve yourself. जी. Have an education, take a courses, and the last point takeaway is serve your community. ਇਹ ਕਮਿਊਨਿਟੀ ਆਪਾਂ ਨੂੰ ਬਹੁਤ ਕੁਝ ਦਿੰਦੀ ਹੈ, ਉਹਦੇ ਜੀ ਜਿਵੇਂ ਮਰਜ਼ੀ, ਜੇ ਤੁਹਾਡੇ ਕੋਲ ਪੈਸੇ ਹੈ ਪੈਸੇ ਨਾਲ, ਜੇ ਤੁਹਾਡੇ ਕੋਲ ਟਾਈਮ ਨਾਲ, always serve your community, and I tell you, it's time well spent. It comes back to you in a number of ways, जी. and I'm a perfect example of that. Community gave me so much, and I will keep on doing that what I practically possible for me to do that. Excellent. I love doing media. Media, as you know, is a 100% passion. I जी. do it voluntarily, and I tell you, I get so much regard and respect in the community. I involve with the politician. I work with the politicians all the time, and I was blessed to interview, including our Prime Minister. जी. And so ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਦੀ ਕੋਈ ਡਾਲਰ ਵੈਲਿਊ ਨਹੀਂ ਹੁੰਦੀ, ਜੀ. but it gives you a lot. ਜੀ ਐਕਸਲੈਂਟ ਮਿਸਟਰ ਸੀਜੇ ਸਿੱਧੂ, ਅੱਜ ਤੁਹਾਨੂੰ ਇੰਟਰਵਿਊ ਕਰਨਾ, ਤੁਹਾਡੇ ਤੋਂ ਗੱਲਾਂ ਜਾਣਨੀਆਂ ਮੇਰੇ ਲਈ ਇਟ ਵਾਸ ਸੱਚ ਅ ਪਲੇਜ਼ਰ। ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਸਾਂਝਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਨੇ ਕਿ ਇੰਨਾ ਕਾਬਲੀਅਤ ਸਮਝੀ ਕਿ ਮੇਰਾ ਇੰਟਰਵਿਊ ਕਰਨਾ। Excellent. ਥੈਂਕ ਯੂ ਲਵੀ, ਯੂ ਡਿਡ ਅ ਗ੍ਰੇਟ ਜੌਬ। ਥੈਂਕ ਯੂ ਸੋ ਮਚ। ਸੋ ਖਾਸ ਮੁਲਾਕਾਤ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ, ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ। ਆਪਾਂ ਅੱਜ ਅਜਿਹੀ ਸ਼ਖਸੀਅਤ ਨੂੰ ਮਿਲੇ ਆ, ਉਹਨਾਂ ਨਾਲ ਮੁਲਾਕਾਤ ਕੀਤੀ ਆ। ਉਹਨਾਂ ਦੀ ਤਰ੍ਹਾਂ ਆਜੋ ਆਪਾਂ ਵੀ ਇਹਨਾਂ ਦਰਿਆਵਾਂ ਦੀ ਰਵਾਨਗੀ ਵਾਂਗੂ ਚੱਲਦੇ ਰਹੀਏ, ਹੌਲੀ ਹੌਲੀ ਤੁਰਦੇ ਰਹੀਏ, ਤੇ ਆਪਾਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਾਂਗੇ। ਤੁਹਾਡਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ।